ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਇਹਨਾਂ ਸਾਰੀਆਂ ਚੀਜ਼ਾਂ ਨਾਲ ਜੇ ਸਕਾਮੀ ਹੋ ਕੇ ਕਰੇ ਇਹਨਾਂ ਕੰਮਾਂ ਨੂੰ ਸਹਿਤ ਕਾਮਨਾ ਦੇ ਤਾਂ ਤਿਲਕ ਭਰ ਮਾਣ ਮਿਲ ਜਾਂਦਾ, ਅਤੇ ਜੇ ਨਿਸ਼ਕਾਮ ਹੋ ਕੇ ਕਰੇ ਫਿਰ ਇੰਨਾ ਕੁ ਹੋਵੇਗਾ ਕਿ ਇੱਕ ਚੀਜ਼ ਦਾ ਫਲ ਬਹੁਤਾ ਜ਼ਿਆਦਾ ਚੀਜ਼ ਦਾ ਫਲ ਹੈ। ਜੋ ਬੀਜੈ ਸੋ ਖਾਏ। ਹੁਣ ਬੀਜਿਆ ਹੈ ਆਟਾ ਦਾਲ ਚੌਲ, ਤੀਰਥਾਂ ਤੇ ਜਾ ਕੇ ਨਹਾਉਣਾ ਤੇ ਤਪ ਕਰਨੇ, ਦਾਨ ਕਰਨੇ। ਹੁਣ ਇਹਦੇ ਬਦਲੇ ਜੇ ਅਸੀਂ ਕਹੀਏ ਸਾਨੂੰ ਨਾਮ ਮਿਲ ਜਾਵੇ, ਨਾਮ ਤਾਂ ਨਾਮ ਬਦਲੇ ਹੀ ਮਿਲਣਾ। ਮਹਾਰਾਜ ਕਹਿੰਦੇ ਨਾਮ ਜਪਣ ਨਾਲ ਨਾਮ ਦੀ ਕਿਰਪਾ ਹੁੰਦੀ ਹੈ। ਇਹ ਤਾਂ ਇੱਕ ਸਾਧਨ ਨੇ ਛੋਟੇ ਛੋਟੇ ਇਨਸਾਨ ਨੂੰ ਸ਼ੁਰੂ ਦੇ ਵਿੱਚ ਨਵੇਂ ਰਸਤੇ ਤੇ ਲਾਉਣ ਲਈ, ਮਨ ਦੇ ਟਿਕਾਉ ਲਈ, ਬੁੱਧੀ ਨੂੰ ਮਾੜਾ ਮੋਟਾ ਸ਼ੁੱਧ ਕਰਨ ਲਈ। ਪਰ ਅਸਲ ਵਿੱਚ ਸਤਿਗੁਰੂ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਅੰਦਰੋਂ ਇਸ਼ਨਾਨ ਤਾਂ ਸਿਰਫ ਨਾਮ ਨੂੰ ਸੁਣਨ ਨਾਲ ਮੰਨਣ ਨਾਲ ਕਮਾਉਣ ਨਾਲ ਹੀ ਹੁੰਦਾ। ਪਰ ਬੇਨਤੀ ਕਰੇ ਵਾਹਿਗੁਰੂ ਸਾਰੇ ਗੁਣ ਤੇਰੇ ਹੀ ਨੇ, ਮੇਰੇ ਵਿੱਚ ਕੋਈ ਗੁਣ ਨਹੀਂ। ਸੋ ਇਸ ਤਰ੍ਹਾਂ ਜਦੋਂ ਤੱਕ ਸਾਡੇ ਅੰਦਰ ਗੁਣ ਪੈਦਾ ਨਹੀਂ ਹੁੰਦੇ, ਸ਼ਰਧਾ ਭਾਵਨਾ ਮਨ ਦੇ ਅੰਦਰ ਪਿਆਰ, ਉਦੋਂ ਤੱਕ ਭਗਤੀ ਵੀ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਈ। ਇਸ ਕਰਕੇ ਸ਼ਰਧਾਵਾਨ ਲੱਭਤੇ ਗਿਆਨਮ ਤਤਪਰ ਹੈ ਸੰਤੇਂਦ੍ਰਿਯ। ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਹੈ। ਸ਼ਰਧਾਵਾਨਾਂ ਨੂੰ ਕਿਰਪਾ ਹੁੰਦੀ ਆ, ਭਾਵਨਾ ਵਾਲਿਆਂ ਤੇ ਕਿਰਪਾ ਹੁੰਦੀ ਆ। ਅੱਜ ਜੋ ਕੁਝ ਹਾਲਾਤ ਨੇ ਪੰਥ ਦੇ, ਉਹ ਇਸੇ ਕਰਕੇ ਹੀ ਖਰਾਬ ਨੇ, ਕਿਉਂਕਿ ਸ਼ਰਧਾ ਭਾਵਨਾ ਪਿਆਰ ਪ੍ਰੇਮ ਕੋਈ ਚੀਜ਼ ਮਨ ਦੇ ਅੰਦਰ ਹੈ ਹੀ ਨਹੀਂ। ਨਾ ਡਰ ਹੈ ਮਹਾਰਾਜ ਦਾ, ਨਾ ਭਉ ਨਾ ਭਾਉ। ਇਸ ਕਰਕੇ ਇਨਸਾਨੀ ਬੁੱਧੀ ਆਪਣਾ ਕਰਮ ਕਰ ਰਹੀ ਹੈ, ਜਿਸ ਦਾ ਇਸ ਢੰਗ ਨਾਲ ਭਾਰੀ ਤੋਂ ਭਾਰੀ ਨੁਕਸਾਨ ਹੋਣ ਦਾ ਡਰ ਰਹਿੰਦਾ। ਸੋ ਆਓ ਸਤਿਗੁਰਾਂ ਅੱਗੇ ਬੇਨਤੀ ਕਰੀਏ, ਸਾਨੂੰ ਸਤਿਗੁਰੂ ਸ਼ਰਧਾ ਭਾਵਨਾ ਪ੍ਰੇਮ ਬਖਸ਼ਿਸ਼ ਕਰਨ, ਭਾਵ ਬਖਸ਼ਿਸ਼ ਕਰਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਸਵਸਤ ਆਥ ਬਾਣੀ ਬਰਮਾਓ। ਇਹ ਤੁਕ ਆਪਾਂ ਹਰ ਰੋਜ਼ ਜਪਜੀ ਸਾਹਿਬ ਦੇ ਅੰਦਰ ਪੜ੍ਹਦੇ ਹਾਂ, ਪਰ 99% ਗੁਰੂ ਪਿਆਰੇ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਜੇ ਪੁੱਛੀਏ ਸਵਸਤ ਆਥ ਬਾਣੀ ਬਰਮਾਓ ਦਾ ਭਾਵ ਅਰਥ ਕੀ ਹੈ, ਉਹ ਕਹਿੰਦੇ ਇਹ ਤਾਂ ਨਹੀਂ ਸਾਨੂੰ ਪਤਾ, ਅਸੀਂ ਪਾਠ ਕਰਦੇ ਹਾਂ। ਕਿਉਂਕਿ ਜਿਹੜਾ ਗੁਰਬਾਣੀ ਦਾ ਅਰਥ ਹੈ, ਜਦੋਂ ਤੱਕ ਅਰਥ ਨਹੀਂ ਮਨ ਦੇ ਅੰਦਰ ਵਸਦਾ, ਭਾਵ ਅਰਥ ਨਹੀਂ ਮਨ ਨੂੰ ਇਕਾਗਰਤਾ ਦੇਣੀ ਹੁੰਦੀ। ਇਸ ਕਰਕੇ ਸਾਨੂੰ ਭਾਵ ਅਰਥਾਂ ਵੱਲ, ਉਹਨਾਂ ਦੇ ਅੰਤਰੀ ਭਾਵਾਂ ਵੱਲ ਧਿਆਨ ਦੇਣਾ ਪੈਂਦਾ। ਸਵਸਤ ਤੋਂ ਭਾਵ ਹੈ ਕਲਿਆਣ ਸਰੂਪ, ਜੋ ਅਕਾਲ ਪੁਰਖ ਹੈ। ਉਸ ਅਕਾਲ ਪੁਰਖ ਤੋਂ ਜੋ ਹੈ ਨਾ, ਆਥ ਤੋਂ ਭਾਵ ਹੈ ਮਾਇਆ। ਸਵਸਤ ਕਲਿਆਣ ਸਰੂਪ ਪਰਮਾਤਮਾ, ਆਥ ਹੁੰਦੀ ਹੈ ਮਾਇਆ। ਬਾਣੀ ਤੋਂ ਭਾਵ ਇੱਥੇ ਹੈ ਬਣੀ, ਬਰਮਾਓ। ਫਿਰ ਮਾਇਆ ਤੋਂ ਫਿਰ ਬਰਮਾਓ, ਬ੍ਰਹਮਾ ਆਦਿਕ ਪੈਦਾ ਹੋਏ ਨੇ, ਉਸ ਤੋਂ ਫਿਰ ਅੱਗੇ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਜਿਵੇਂ ਸ਼ਬਦ ਆਉਂਦਾ ਹੈ ਭਗਤ ਨਾਮਦੇਵ ਜੀ ਦਾ, ਉਹ ਹੁਕਮਨਾਮਾ ਕੋਈ ਅੱਬਲ ਤਾਂ ਛੇਤੀ ਲੈਂਦਾ ਹੀ ਨਹੀਂ, ਜੇ ਲੈ ਵੀ ਲਵੇ ਤਾਂ ਸਮਝ ਨਹੀਂ ਲੱਗਦਾ ਕੀ ਲਿਖਿਆ ਹੋਇਆ। ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ। ਸੋ ਇਸ ਕਰਕੇ ਪਹਿਲਾਂ ਪੁਰੀਆਂ ਵਾਲੇ ਪਰਮਾਤਮਾ ਨੇ, ਜਾਂ ਪਹਿਲ ਪੁਰੀਏ ਪੁਰੀਆਂ ਵਾਲਾ ਵਿਸ਼ਨੂੰ ਸਾਜਿਆ ਪਰਮਾਤਮਾ ਨੇ। ਪੁੰਡਰਕ ਵਨਾ, ਫਿਰ ਚਿੱਟੇ ਰੰਗ ਦਾ ਕਮਲ ਪੈਦਾ ਹੋਇਆ। ਪਾਣੀ ਹੀ ਪਾਣੀ ਸੀ, ਜਦੋਂ ਧਰਤੀ ਹੈ ਹੀ ਨਹੀਂ ਸੀ ਧਰਤੀ ਉੱਤੇ। ਤਾਚੇ ਹੰਸਾ, ਉਹਦੇ ਤੋਂ ਹੰਸ ਦੀ ਸਵਾਰੀ ਵਾਲਾ ਬ੍ਰਹਮਾ ਬਣਿਆ। ਸਗਲੇ ਜਨਾ, ਸਭ ਸ੍ਰਿਸ਼ਟੀ ਬਣੀ। ਇਸੇ ਤਰ੍ਹਾਂ ਹੀ ਇੱਥੇ ਕਹਿੰਦੇ ਨੇ ਕਲਿਆਣ ਸਰੂਪ ਜੋ ਪਰਮਾਤਮਾ ਹੈ, ਉਹਦੇ ਤੋਂ ਮਾਇਆ ਬਣੀ, ਮਾਇਆ ਤੋਂ ਬਰਮਾਓ ਬ੍ਰਹਮਾ ਪੈਦਾ ਹੋਇਆ, ਫਿਰ ਸ੍ਰਿਸ਼ਟੀ ਪੈਦਾ ਹੋਈ। ਜਾਂ ਫਿਰ ਇਸ ਤਰ੍ਹਾਂ ਸਮਝ ਲਓ ਕਿ ਸਵਸਤ ਤੋਂ ਭਾਵ ਜੋ ਕਲਿਆਣ ਸਰੂਪ ਪਰਮਾਤਮਾ, ਆਥ ਦਾ ਮਤਲਬ ਹੈ। ਇਹ ਦੋਨੋਂ ਹੀ ਅਰਥ ਨੇ। ਆਥ ਤੋਂ ਭਾਵ ਹੈ,
ਉਹ ਤੋਂ ਬ੍ਰਹਮਾ ਆਦਿਕ ਹੋਏ, ਬ੍ਰਹਮਾ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ। ਕੌਣ ਕਹਿੰਦਾ? ਬਾਣੀ। ਬਾਣੀ ਤਾਂ ਉਦੋਂ ਰਚਨਾ ਨਹੀਂ ਸੀ ਹੋਈ। ਕਹਿੰਦੇ ਨਹੀਂ, ਵੇਦ ਬਾਣੀ ਵੀ ਇਸੇ ਤਰ੍ਹਾਂ ਹੀ ਕਹਿੰਦੀ, ਕਿਉਂਕਿ ਵੇਦਾਂ ਵਿੱਚ ਵੀ ਇਹੀ ਚੀਜ਼ ਲਿਖੀ ਹੋਈ ਹੈ। ਸਿੱਧ ਕਹਿਣ ਲੱਗੇ ਕੋਈ ਪੱਕੀ ਲਿਖੀ ਹੋਈ ਗੱਲ ਦੱਸੋ। ਇੱਕੋ ਮਤ ਆਖੋ ਪੱਕਾ ਵੀ ਜਗਤ ਦੀ ਉਤਪਤੀ ਕਿਵੇਂ ਹੋਈ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਵਸਥ ਜੋ ਕਲਿਆਣ ਸਰੂਪ, ਜੋ ਪਰਮੇਸ਼ਰ ਆਸ ਤੋਂ ਭਾਵ ਹੈ, ਉਸ ਤੋਂ ਪਹਿਲਾਂ ਬਾਣੀ ਹੋਈ। ਅਸਲ ਵਿੱਚ ਗੱਲ ਇਹ ਆ, ਕਿਉਂਕਿ ਸਾਰੇ ਭਾਵ ਤਾਂ ਲੈਂਦੇ ਆ ਕਿ ਕਿਸੇ ਢੰਗ ਨਾਲ ਕੋਈ ਭਾਵ ਅਰਥ ਬਣਦਾ, ਕਿਸੇ ਨਾਲ ਕੋਈ ਬਣਦਾ, ਕੋਈ ਕਿਸੇ ਤਰ੍ਹਾਂ ਉਤਪਤੀ ਮੰਨਦਾ, ਕੋਈ ਕਿਵੇਂ ਮੰਨਦਾ। ਸਾਰੇ ਇੱਕੋ ਹੀ ਪੰਕਤੀ ਆ, ਸਾਰਿਆਂ ਨੂੰ ਹੀ ਸੇਧ ਦੇ ਦਿੰਦੀ ਹੈ। ਇੱਕੋ ਹੀ ਪੰਕਤੀ ਹਰੇਕ ਧਰਮ ਵਾਲੇ ਨੂੰ ਉਹਦੇ ਮੁਤਾਬਕ ਇਹਦਾ ਅਰਥ ਬਣ ਜਾਂਦਾ। ਕਲਿਆਣ ਸਰੂਪ ਨੇ ਮਾਇਆ ਬਣਾਈ, ਮਾਇਆ ਤੋਂ ਫਿਰ ਬ੍ਰਹਮਾ, ਬ੍ਰਹਮਾ ਤੋਂ ਫਿਰ ਸਾਰੇ। ਕਹਿੰਦੇ ਇਹ ਤਾਂ ਲਿਖਿਆ ਹੋਇਆ ਵੇਦਾਂ ਸ਼ਾਸਤਰਾਂ 'ਚ ਜਾਂ ਆਮ ਜੋ ਪਤਾ। ਹੁਣ ਤੁਸੀਂ ਕਿਰਪਾ ਕਰਕੇ ਇਹ ਗੁਰੂ ਨਾਨਕ ਦੇਵ ਜੀ ਸਾਨੂੰ ਇਹ ਦੱਸੋ ਵੀ ਵੈਸੇ ਬਣਿਆ ਕਿੱਦਾਂ ਹੈ ਸੰਸਾਰ, ਤੁਹਾਡਾ ਕੀ ਖਿਆਲ ਹੈ? ਤੁਹਾਨੂੰ ਤਾਂ ਸਾਰਾ ਪਤਾ। ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਕਿਵੇਂ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਸਲ ਵਿੱਚ ਮੇਰਾ ਵਿਚਾਰ ਐਸਾ ਹੈ, ਜੋ ਸਾਨੂੰ ਹੁਣ ਆਪਣੇ ਆਪ ਨੂੰ ਤਾਂ ਨਿਰੰਕਾਰ ਨਹੀਂ ਕਹਿੰਦੇ ਹਨ, ਕਹਿੰਦੇ ਜੋ ਸਾਨੂੰ ਅਨੁਭਵ ਕਰਾਇਆ ਕਰਤਾਰ ਨੇ, ਜੋ ਦਿਖਾਇਆ ਹੈ ਕਿ ਸਾਰਿਆਂ ਨਾਲੋਂ ਪਹਿਲਾਂ ਕਲਿਆਣ ਸਰੂਪ ਪਰਮਾਤਮਾ ਨੇ ਜੋ ਹੈ ਨਾ ਬਾਣੀ ਦਾ ਉਚਾਰਨ ਕੀਤਾ। ਕਿਹੜੀ ਬਾਣੀ? ਏਕੋ ਹੰਗ ਬਹੁ ਸਿਆਮ ਪਰਜਾਏ, ਜਾਂ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਉਹਦਾ ਵਿਚਾਰ ਹੋਇਆ ਹੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਪਾਰਾਵਾਰ ਤੋਂ ਰਹਿਤ ਪੈਦਾ ਕਰ ਦਿੱਤੀ। ਕਿਉਂਕਿ ਅਲੱਗ-ਅਲੱਗ ਮੱਤਾਂ ਕਰਕੇ ਆਪਾਂ ਦੇਖਦੇ ਹਾਂ ਕਿ ਉਹਨਾਂ ਨਿਸ਼ਾਨੇ ਨੂੰ ਪੂਰਾ ਕਰਨ ਲਈ ਮਹਾਰਾਜ ਦੱਸਦੇ ਨੇ। ਸਾਂਖ ਮੱਤ ਵਾਲੇ ਕਹਿੰਦੇ ਨੇ ਪ੍ਰਕਿਰਤੀ ਦੇ 3 ਗੁਣਾਂ ਦਾ ਆਤਮਾ ਤੋਂ ਵੱਖਰਾ ਹੋਣਾ ਜਾਂ ਭੇਦ ਗਿਆਨ ਨੂੰ ਹੀ ਮੋਕਸ਼ ਮੰਨਦੇ ਨੇ। ਨਿਆਇਕ ਅਤੇ ਵਿਸ਼ੇਸ਼ਕ ਵਾਲੇ ਇਹਨਾਂ ਦੋਹਾਂ ਦੇ ਮੱਤ ਵਿੱਚ 21 ਦੁੱਖਾਂ ਦੇ ਅਭਾਵ ਨੂੰ ਹੀ ਮੋਕਸ਼ ਮੰਨਦੇ ਨੇ ਵੀ 21 ਦੁੱਖ ਮੁੱਕ ਗਏ, ਮੁਕਤੀ ਹੋ ਗਈ। 6 ਇੰਦਰੀਏ, 6 ਵਿਸ਼ੇ, 6 ਗਿਆਨ, 1 ਸਰੀਰ, ਦੁੱਖ ਸੁੱਖ। ਇਹਨਾਂ 21 ਦੁੱਖਾਂ ਤੋਂ ਆਤਮਾ ਦਾ ਰਹਿਤ ਹੋਣਾ ਜਿਹੜਾ ਹੀ ਮੁਕਤੀ ਮੰਨਿਆ। 5 ਗਿਆਨ ਇੰਦਰੀਏ ਤੇ 1 ਮਨ, ਇਹ 6 ਇੰਦਰੀਏ ਹੈ। ਕਿਉਂਕਿ ਨਿਆਇਕਾਂ ਤੇ ਵਿਸ਼ੇਸ਼ਕਾਂ ਇਹਨਾਂ ਦੋਹਾਂ ਨੇ ਮਨ ਨੂੰ ਇੰਦਰੀਆਂ ਮੰਨਿਆ। ਇਸੇ ਤਰ੍ਹਾਂ ਮੀਮਾਂਸਕ ਸਵਰਗ ਪ੍ਰਾਪਤੀ ਦੀ ਮੁਕਤੀ ਮੰਨਦੇ ਨੇ। ਜਿਸ ਸੁੱਖ ਦਾ ਕਦੇ ਨਾਸ਼ ਨਾ ਹੋਵੇ ਉਹਨੂੰ ਸਵਰਗ ਮੰਨਦੇ ਨੇ। ਸੋ ਇਸ ਤਰ੍ਹਾਂ ਹੈ ਕਿ ਜਦੋਂ ਸਿੱਧ ਕਰਨਾ ਕਿਸੇ ਚੀਜ਼ ਨੂੰ, ਹੁਣ ਮਹਾਰਾਜ ਨੇ ਪਹਿਲਾਂ ਤਾਂ ਦੱਸਿਆ ਦੂਸਰਿਆਂ ਦੇ ਮਤ ਅਨੁਸਾਰ ਜੋ ਜੋ ਕਿਸੇ ਨੇ ਕਿਹਾ, ਪਰ ਸਤਿਗੁਰੂ ਕਹਿੰਦੇ ਸਾਡੇ ਅਨੁਭਵ ਦੇ ਮੁਤਾਬਕ ਜੋ ਸਾਨੂੰ ਪਤਾ ਹੈ ਕਿ ਪ੍ਰਮਾਤਮਾ ਨੇ ਪਹਿਲਾਂ ਬਾਣੀ ਕਹੀ। ਕਿਹੜੀ? ਪ੍ਰਿਥਵੇਂ ਓਂਕਾਰ ਤਿਨ ਕਹਾ, ਸੋ ਧੁਨ ਪੂਰ ਜਗਤ ਮੋਹ ਰਹਾ। ਪ੍ਰਮਾਤਮਾ ਨੇ 10ਵੇਂ ਪਾਤਸ਼ਾਹ ਤਾਂ ਕਹਿੰਦੇ ਨੇ ਓੰਕਾਰ ਉਚਾਰਿਆ ਪਹਿਲਾ ਅੱਖਰ। 10ਵੇਂ ਪਾਤਸ਼ਾਹ ਨੇ ਇਹ ਜੋ ਬਚਨ ਕੀਤਾ ਇਹ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਲਿਖਿਆ ਦੱਖਣੀ ਓੰਕਾਰ। ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ। ਇਸ ਕਰਕੇ ਮਹਾਰਾਜ ਕਹਿੰਦੇ ਨੇ ਅਖੀਰ ਮੁੱਕਦੀ ਗੱਲ ਉਹ ਨਮ ਅੱਖਰ ਤ੍ਰੈ ਭਵਨ ਸਾਰ। ਤਿੰਨਾਂ ਭਵਨਾਂ ਦਾ ਸਾਰ ਰੂਪ, ਤਿੰਨਾਂ ਭਵਨਾਂ ਨੂੰ ਸਾਜਣ ਵਾਲਾ ਓੰਕਾਰ ਅੱਖਰ ਹੈ। ਇਸ ਕਰਕੇ ਜਦੋਂ ਓੰਕਾਰ ਕਿਹਾ, ਇੱਛਾ ਕੀਤੀ ਇੱਕ ਤੋਂ ਬਹੁਤੇ ਰੂਪ ਹੋਵਾਂ, ਉਹ ਇੱਛਾ ਦਾ ਨਾਮ ਹੀ ਮਾਇਆ ਹੈ, ਕੁਦਰਤ ਹੈ। ਗੁਰੂ ਨਾਨਕ ਦੇਵ ਜੀ ਨੇ ਉਹਨੂੰ ਕੁਦਰਤ ਕਿਹਾ, 10ਵੇਂ ਪਾਤਸ਼ਾਹ ਨੇ ਉਹਨੂੰ ਚੰਡੀ ਕਹਿ ਦਿੱਤਾ। ਸੋ ਇਸ ਤਰ੍ਹਾਂ ਉਹ ਜੋ ਆਦਿ ਕਾਲ ਸ਼ਕਤੀ ਹੈ, ਮਹਾਰਾਜ ਨੇ ਤਾਂ ਸਿਰਫ ਪਰਮਾਤਮਾ ਦੀ ਜੋਤ ਨੂੰ ਕਿਹਾ ਕਿ ਤੂੰ ਹੀ ਸਭ ਕੁਛ ਹੈ, ਤੂੰ ਹੀ ਹੈ, ਤੂੰ ਹੀ ਹੈ, ਕੋਈ ਹੋਰ ਨਹੀਂ ਉਹਨਾਂ ਨੂੰ ਦਿਖਦਾ। ਕਹਿੰਦੇ ਤੂੰ ਹੀ ਸਭ ਕੁਛ ਹੈ। ਕਹਿੰਦੇ ਮੇਰੀ ਨਿਗਾਹ ਵਿੱਚ ਤਾਂ ਨਰਸਿੰਘ ਬਾਹਰਲਾ ਰੂਪ ਸੀ, ਪਰ ਨਰਸਿੰਘ ਦੇ ਅੰਦਰ ਤੂੰ ਹੀ ਸੀ ਜੋਤ, ਤੂੰ ਹੀ ਹਰਨਾਕਸ਼ ਨੂੰ ਮਾਰਿਆ।
ਰਾਮਚੰਦਰ ਜੀ ਅੰਦਰ ਤੂੰ ਹੀ ਹੋ ਕਰਕੇ ਰਾਵਣ ਨੂੰ ਮਾਰਿਆ, ਕੰਸ ਨੂੰ ਕ੍ਰਿਸ਼ਨ ਹੋ ਕੇ ਮਾਰਿਆ। ਦੁਨੀਆ ਦੇ ਅੰਦਰ ਜਿੰਨੀ ਦੈਵੀ ਸੰਪਦਾ ਹੈ ਇਹਦੇ ਅੰਦਰ ਜੋਤ ਪਰਮਾਤਮਾ ਦੀ ਕਰਮ ਕਰਦੀ ਹੈ। ਜੋ ਵੀ ਕੋਈ ਸ਼ਕਤੀ ਹੈ ਪਰਮਾਤਮਾ ਦੀ ਹੀ ਹੈ, ਬਾਹਰੋਂ ਇੱਕ ਰੂਪ ਵੱਖਰਾ ਹੈ। ਇਸ ਕਰਕੇ ਫਿਰ ਉਸ ਤੋਂ ਅੱਗੇ ਬਾਣੀ ਤੋਂ ਮਾਇਆ, ਬ੍ਰਹਮਾ, ਵਿਸ਼ਨੂੰ, ਮਹੇਸ਼ ਬਣੇ। ਉਹਨਾਂ ਨੇ ਅੱਗੇ ਸ੍ਰਿਸ਼ਟੀ ਦੀ ਰਚਨਾ, ਵਿਸ਼ਨੂੰ ਨੇ ਰੋਟੀ ਦੇਣੀ, ਸ਼ਿਵ ਜੀ ਨੇ ਸੰਘਾਰ ਕਰਨਾ। ਇਸ ਤਰ੍ਹਾਂ ਕਈ ਜਿਹੜੇ ਵਿਦਾਂਤੀਆਂ ਨੇ ਵੀ ਸ੍ਰਿਸ਼ਟੀ ਦੀ ਉਤਪਤੀ ਇਸੇ ਤਰ੍ਹਾਂ ਹੀ ਮੰਨੀ ਹੈ। ਪਰ 360 ਮੱਤਾਂ ਵਿੱਚੋਂ ਇਹੀ ਅਸਲੀ ਮੱਤ ਹੈ। 360 ਮੱਤ ਨੇ, ਉਹਨਾਂ ਵਿੱਚ ਇਹੀ ਆਉਂਦਾ ਕਿ ਪ੍ਰਮਾਤਮਾ ਨੇ ਪਹਿਲਾਂ ਓੰਕਾਰ ਕਿਹਾ, ਇੱਕ ਤੋਂ ਬਹੁਤੇ ਰੂਪ ਹੋ ਜਾਵਾਂ ਕਿਹਾ। ਇਸ ਤੋਂ ਫਿਰ ਅੱਗੇ ਸ੍ਰਿਸ਼ਟੀ ਦੀ ਉਤਪਤੀ ਹੋਈ। ਇਹਨੂੰ ਕਹਿੰਦੇ ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਮਹਾਰਾਜ ਕਹਿਣ ਲੱਗੇ ਭਾਈ ਉਹ ਪਰਮੇਸ਼ਰ ਤ੍ਰਈ ਕਾਲ ਆਬਾਦ ਹੋਣ ਕਰਕੇ ਸਤ, ਤਿੰਨਾਂ ਕਾਲਾਂ ਚੋਂ ਨਾਸ ਹੀ ਨਹੀਂ ਹੁੰਦਾ। ਸਤ ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਸੁਹਾਣ ਤੋਂ ਭਾਵ ਹੈ ਚੇਤਨ ਸਰੂਪ ਹੈ। ਸਦਾ ਮਨ ਚਾਓ ਤੋਂ ਭਾਵ ਆਨੰਦ ਸਰੂਪ ਹੈ। ਇਹ ਤਿੰਨ ਅੱਖਰ ਨੇ, ਸਤ, ਚੇਤਨ ਤੇ ਆਨੰਦ ਸਰੂਪ। ਸਤ ਤਿੰਨਾਂ ਕਾਲਾਂ ਵਿੱਚ ਸਤ ਰਹਿਣ ਵਾਲਾ, ਤੇ ਚਿੱਤ ਹੁੰਦਾ ਚੇਤਨ ਸਰੂਪ, ਆਨੰਦ ਸਰੂਪ। ਇਹ ਜਿਹੜੀਆਂ ਤਿੰਨ ਪਰਮਾਤਮਾ ਦੇ ਅੰਦਰ ਗੁਣ ਨੇ, ਸਤ, ਚੇਤਨ, ਆਨੰਦ ਸਰੂਪ ਹੋਣ ਕਰਕੇ ਉਹ ਪ੍ਰਣਮਵਾਦ ਤੋਂ ਰਹਿਤ ਹੈ। ਪ੍ਰਣਮਵਾਦ ਤੇ ਵਿਵਰਤਵਾਦ ਦੋ ਹੁੰਦੇ ਨੇ। ਪ੍ਰਣਮਵਾਦ ਜਿਵੇਂ ਦੁੱਧ ਤੋਂ ਦਹੀਂ ਬਣ ਜਾਵੇ, ਪਰ ਦਹੀਂ ਤੋਂ ਮੁੜ ਕੇ ਦੁੱਧ ਨਹੀਂ ਬਣਦਾ। ਅਤੇ ਵਿਵਰਤਵਾਦ ਵਿੱਚ ਇੱਕ ਰੂਪ ਹੀ ਰਹਿਣਾ, ਤਬਦੀਲ ਨਾ ਹੋਣਾ। ਜੇ ਹੋ ਵੀ ਗਿਆ ਤਾਂ ਮੁੜ ਕੇ ਫਿਰ ਉਹੀ, ਜਿਵੇਂ ਪਾਣੀ ਤੋਂ ਬਰਫ਼ ਬਣੀ, ਬਰਫ਼ ਤੋਂ ਫਿਰ ਪਾਣੀ ਬਣ ਗਿਆ। ਪਰਮਾਤਮਾ ਇੱਕ ਰੂਪ ਹੋ ਕੇ, ਅਨੇਕਾਂ ਹੋ ਕੇ, ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ ਹੈ। ਸੋ ਇਸ ਕਰਕੇ ਫਿਰ ਮਹਾਰਾਜ ਕਹਿੰਦੇ ਨੇ ਕਿ ਇਹ ਉਹਦਾ ਸਰੂਪ ਹੈ ਪਰਮਾਤਮਾ ਦਾ। ਇਹਦੇ ਉਲਟ ਮਾਇਆ ਦਾ ਕੀ ਸਰੂਪ ਹੈ? ਕਹਿੰਦੇ ਸਤ ਪਰਮਾਤਮਾ ਹੈ, ਮਾਇਆ ਝੂਠ ਹੈ, ਅਸਤ। ਚਿੱਤ ਚੇਤਨ ਰੂਪ ਪਰਮਾਤਮਾ ਹੈ, ਇਹਦੇ ਉਲਟ ਮਾਇਆ ਜੜ ਹੈ। ਪਰ ਕੰਮ ਦੋਨਾਂ ਤੋਂ ਬਣਦਾ, ਦੋ ਮਿਲ ਕਾਰਜ ਉਪਜਿਆ ਹੁੰਦਾ ਹੈ, ਕਾਰਨ ਤੇ ਕਾਰਜ। ਸ੍ਰਿਸ਼ਟੀ ਦੇ ਅੰਦਰ ਜਿੰਨੀ ਵੀ ਜੜਤਾ ਹੈ ਮਾਇਆ ਦੀ ਹੈ, ਚੇਤਨ ਸੱਤਾ ਪਰਮਾਤਮਾ ਦੀ। ਦਰਖਤ ਦੇਖਣ ਨੂੰ ਖੜਾ ਜੜ ਹੈ, ਪਰ ਵੱਧ ਵੀ ਰਿਹਾ, ਉਹ ਚੇਤਨ ਸੱਤਾ ਨਾਲ ਵੱਧਦਾ। ਨਿੱਕਾ ਜਿਹਾ ਨਿਆਣਾ ਹੈ, ਉਹਦਾ ਸਰੀਰ ਜੜ ਰੂਪ ਹੈ, ਪਰ ਵੱਧ ਰਿਹਾ ਚੇਤਨ ਸੱਤਾ ਨਾਲ। ਇਸ ਕਰਕੇ ਪਰਮਾਤਮਾ ਦੀ ਸੱਤਾ ਤੇ ਮਾਇਆ ਦੀ ਜੜਤਾ ਨਾਲ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋ ਆਨੰਦ ਸਰੂਪ ਹੈ ਪਰਮਾਤਮਾ, ਅਤੇ ਮਾਇਆ ਹੈ ਦੁੱਖ ਰੂਪ। ਮਾਇਆ ਵਿੱਚ ਦੁੱਖ ਹੀ ਦੁੱਖ ਨੇ। ਦੇਖਣ ਨੂੰ ਦੂਰੋਂ ਲੱਗਦਾ ਕਿ ਬੜਾ ਸੁਖੀ ਹੋਵੇਗਾ, ਬੜਾ ਸੁਖੀ ਹੋਵੇਗਾ, ਪਰ ਜਦੋਂ ਉਹਦੇ ਵਿੱਚ ਫਸ ਜਾਂਦਾ ਹੈ ਚੱਕਰ ਵਿੱਚ, ਤਾਂ ਕਹਿੰਦਾ ਮੈਨੂੰ ਛੁਡਾ ਲਓ, ਮੈਂ ਬਹੁਤ ਔਖਾ। ਕਹਿੰਦੇ ਹੁਣ ਨਹੀਂ ਨਿਕਲ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਜਿਹੜੀ ਮਾਇਆ ਨਾ, ਇਹ ਦੇਖਣ ਨੂੰ ਦੂਰੋਂ ਹੀ ਬੜੀ ਅੱਛੀ ਲੱਗਦੀ। ਬਸ ਮਹਾਰਾਜ ਕਹਿੰਦੇ ਹੱਥ ਨਾ ਲਾਈ ਕਸੁੰਬੜਾ, ਜਲ ਜਾਸੀ ਢੋਲਾ। ਦੇਖੀ ਕਿਤੇ ਇਹ ਸੰਸਾਰ ਜਿੰਨਾ ਦੇਖਣ ਨੂੰ ਸੋਹਣਾ ਲੱਗਦਾ, ਹਰ ਚੀਜ਼ ਦੇਖਣ ਨੂੰ ਜੋ ਸੋਹਣੀ ਲੱਗਦੀ ਆ ਉਹ ਅਸਲ ਵਿੱਚ ਸੋਹਣੀ ਨਹੀਂ। ਉਹਨੇ ਸਾਨੂੰ ਫਸਾਉਣ ਲਈ ਇੱਕ ਰੂਪ ਧਾਰਿਆ, ਜਿਵੇਂ ਡੈਣਾ ਹੁੰਦੀਆਂ ਨੇ। ਡੈਣਾ ਐਸੀਆਂ ਰੂਪ ਸੋਹਣੇ ਸੁਨੱਖੇ ਇਸਤਰੀ ਦਾ ਰੂਪ ਧਾਰਨ ਕਰਕੇ ਖੜ ਜਾਣਾ ਪੁਰਾਣੇ ਸਮੇਂ 'ਚ ਹੁੰਦੀਆਂ ਸੀ। ਫਿਰ ਬੰਦੇ ਨੇ ਆਕਰਸ਼ਿਤ ਹੋ ਕੇ ਉਧਰ ਨੂੰ ਆਉਣਾ, ਜੋ ਨੇੜੇ ਆਉਣਾ ਤੇ ਫਿਰ ਅਸਲੀ ਰੂਪ ਧਾਰ ਕੇ ਉਹਨੂੰ ਖੂਨ ਪੀ ਜਾਣਾ, ਉਹਦਾ ਖਤਮ ਕਰ ਦੇਣਾ ਉਹਨੂੰ। ਇਸੇ ਤਰ੍ਹਾਂ ਦੁਨੀਆ ਦੀ ਹਰ ਚੀਜ਼ ਦੂਰੋਂ ਲੱਗਦੀ ਬੜੀ ਸੁੰਦਰ, ਪਰ ਜਦੋਂ ਬੰਦਾ ਉਹਦੇ ਚੁੰਗਲ 'ਚ ਫਸ ਜਾਂਦਾ ਉਸ ਵਕਤ ਉਹਦਾ ਖੂਨ ਹੀ ਪੀ ਜਾਂਦੀ। ਇਸ ਕਰਕੇ ਦੁੱਖ ਰੂਪ ਹੈ। ਹੁਣ ਸੰਸਾਰ ਦੇ ਜੀਵਾਂ ਦੀ ਖਿੱਚ ਮਹਾਰਾਜ ਵੱਲ ਨੂੰ ਪੈਂਦੀ ਨਹੀਂ ਇੰਨੀ। ਜੇ ਕੋਈ ਗੁਰੂ ਘਰ ਜਾਣਾ, ਇੱਧਰ ਨੂੰ ਆਉਣ ਨੂੰ ਨੱਕ ਹੀ ਨਹੀਂ ਕਰਦੇ। ਜੇ ਕਹਿ ਦੋ ਫਲਾਣੇ ਥਾਂ ਆਹ ਗੱਲ ਹੈ,
ਅੱਛਾ ਚਲੋ ਉੱਥੇ ਚੱਲਦੇ ਹਾਂ, ਕੋਈ ਰੰਗ ਰੌਣਕ ਹੋਏਗਾ, ਕੋਈ ਮਨੋਰੰਜਨ ਹੋਏਗਾ, ਉਧਰ ਨੂੰ ਸੰਸਾਰ ਭਜਦਾ। ਵਾਸਤਵ ਦੇ ਵਿੱਚ ਉਹ ਰੰਗ ਰੌਣਕ ਦਾ ਮਤਲਬ ਕੀ ਹੈ? ਜ਼ਿੰਦਗੀ ਬਰਬਾਦ, ਮਨੁੱਖਾ ਜਨਮ ਖਰਾਬ, ਕਲਯੁਗ ਹੈ, ਪੁੱਠੀ ਰੀਤੀ ਹੈ। ਜਿੱਥੇ ਠੀਕ ਹੈ ਉਹ ਗਲਤ ਨਜ਼ਰ ਆਉਂਦਾ, ਜੋ ਗਲਤ ਹੈ ਉਹ ਠੀਕ ਨਜ਼ਰ ਆ ਰਿਹਾ। ਤਾਂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਪ੍ਰਮਾਤਮਾ ਹੈ ਸਤ, ਚੇਤਨ, ਆਨੰਦ ਸਰੂਪ। ਤਿੰਨ ਰੂਪ ਨੇ, ਸਤ ਇੱਕ, ਸੁਹਾਣ ਦੂਜਾ, ਸਦਾ ਮਨ ਚਾਓ ਤੀਜਾ ਰੂਪ ਹੈ। ਤਿੰਨ ਰੂਪ ਹਮੇਸ਼ਾ ਪਾਠ ਕਰਦਿਆਂ ਯਾਦ ਰੱਖਣਾ ਕਿ ਸਵਸਥ ਆਥ ਬਾਣੀ ਬ੍ਰਹਮਾਓ। ਸਵਸਥ ਜੋ ਕਲਿਆਣ ਸੂ ਪ੍ਰਮਾਤਮਾ ਹੈ, ਉਹਨੇ ਪਹਿਲਾਂ ਮਾਇਆ ਬਣਾਈ। ਆਥ ਦਾ ਮਤਲਬ ਮਾਇਆ ਵੀ ਹੈ, ਕਿਉਂਕਿ ਮਹਾਰਾਜ ਨੇ ਲਿਖਿਆ ਨਾ, ਗੁਰੂ ਨਾਨਕ ਦੇਵ ਜੀ ਨੇ, ਆਥ ਹੋਏ ਤਾਂ ਮੁਗਧ ਸਿਆਣਾ। ਕਹਿੰਦੇ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ। ਆਥ ਦਾ ਮਤਲਬ ਮਾਇਆ ਵੀ ਹੈ, ਆਥ ਦਾ ਮਤਲਬ ਹੈ ਵੀ ਹੈ, ਦੋਨੋਂ ਹੀ ਅਰਥ ਨੇ ਇਹਦੇ। ਸਵਸਥ ਆਥ ਬਾਣੀ ਬ੍ਰਹਮਾਓ। ਪਹਿਲਾਂ ਅਕਾਲ ਪੁਰਖ ਨੇ ਮਾਇਆ ਰਚੀ, ਫਿਰ ਬਚਨ ਕਰ ਦਿੱਤੇ ਓੰਕਾਰ, ਫਿਰ ਬ੍ਰਹਮਾ ਬਣਾਇਆ, ਫਿਰ ਸ੍ਰਿਸ਼ਟੀ ਬਣਾਈ। ਉਹਦਾ ਸਰੂਪ ਆਪਣਾ ਕੀ ਹੈ? ਸਤ। ਪਾਠ ਕਰਦੇ ਆ ਇਹ ਚੀਜ਼ ਦਾ ਧਿਆਨ ਰੱਖਣਾ, ਸਤ ਹੈ। ਸੋ ਸੁਹਾਣ ਹੈ, ਸੁਹਾਣ ਹੁੰਦਾ ਚੇਤਨ ਸਰੂਪ ਹੈ, ਚੇਤਨ ਹੁੰਦਾ ਹਿੱਲਣ ਜੁਲਣ ਦੀ ਤਾਕਤ ਹੋਣੀ। ਸਦਾ ਮਨ ਚਾਉ ਦਾ ਮਤਲਬ ਆਨੰਦ ਸਰੂਪ। ਜਿਵੇਂ ਪਾਠ ਕਰਦੇ ਆ ਧਿਆਨ ਰੱਖ। ਕਵਣ ਸੋ ਵੇਲਾ ਵਕਤ ਕਵਣ। ਹੁਣ ਕਹਿੰਦੇ ਜਗਤ ਦੀ ਉਤਪਤੀ ਕਿਸ ਵੇਲੇ ਤੇ ਕਿਸ ਸਥਿਤਵਾਰ ਨੂੰ ਹੋਈ ਸੀ? ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਪੈਦਾ ਕੀਤੀ ਸੀ ਉਦੋਂ ਦਿਨ ਕਿਹੜਾ ਸੀ? ਇਹ ਪ੍ਰਸ਼ਨ ਉਹਨਾਂ ਦਾ ਹੀ ਇੱਥੇ ਲਿਖ ਦਿੱਤਾ ਸਿੱਧਾਂ ਦਾ। ਕਵਣ ਸੋ ਵੇਲਾ, ਵੇਲਾ ਕਿਹੜਾ ਸੀ ਉਦੋਂ? ਵਕਤ ਕਵਣ। ਅਤੇ ਰਾਤ ਦਾ ਕਿਹੜਾ ਵਕਤ ਸੀ? ਵੇਲਾ। ਤੂੰ ਕਿਸ ਵੇਲੇ ਆਇਆ ਸੀ? ਇਹ ਦਿਨ ਨੂੰ ਕਹਿੰਦੇ ਨੇ। ਵਕਤ ਕੀ ਸੀ? ਰਾਤ ਦਾ। ਇਸ ਤਰ੍ਹਾਂ ਦੋ ਚੀਜ਼ਾਂ ਅਲੱਗ-ਅਲੱਗ ਕਰ ਲੈਣੀਆਂ। ਅਥਵਾ ਕਹਿੰਦੇ ਵੇਲਾ ਹਿੰਦੂਆਂ ਦੀ ਬੋਲੀ 'ਚ ਹੈ, ਵਕਤ ਮੁਸਲਮਾਨਾਂ ਦੀ ਬੋਲੀ 'ਚ ਹੈ। 15 ਥਿੱਤਾਂ 'ਚੋਂ ਥਿੱਤ ਕਿਹੜੀ? ਕਵਣ ਥਿੱਤ, ਕਵਣ ਵਾਰ। ਥਿੱਤ ਹੁੰਦੀ 15, ਚੰਦਰਮਾ ਪੂਰਨਮਾਸੀ ਤੋਂ ਅਗਲੇ ਦਿਨ ਏਕਮ ਹਨੇਰ ਪੱਖ ਦੀ, ਫਿਰ 2, 3, 4, 15, ਫਿਰ ਆ ਗਈ ਉਸ ਤੋਂ ਬਾਅਦ ਮੱਸਿਆ। ਮੱਸਿਆ ਤੋਂ ਅਗਲੇ ਦਿਨ ਫਿਰ ਚਾਨਣ ਪੱਖ ਪ੍ਰਾਰੰਭ ਹੁੰਦਾ, ਤਾਂ 1 ਏਕਮ, ਦੂਜ, ਤੀਜ, ਚੌਥ, ਪੰਚਮੀ, ਦਸਵੀਂ। ਇਸ ਤਰ੍ਹਾਂ ਦੀਆਂ ਕੋਈ ਥਿੱਤ ਦੱਸ ਸਕਦੇ ਹੋ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ? ਕਵਣ ਵਾਰ। ਫਿਰ ਇਹ ਦੱਸੋ 7 ਵਾਰਾਂ ਵਿੱਚੋਂ ਵਾਰ ਕਿਹੜਾ ਸੀ? ਮੰਗਲਵਾਰ ਸੀ, ਵੀਰ ਜਾਂ ਸ਼ਨੀਚਰ। ਵੈਸੇ ਤਾਂ ਕੁਐਸਚਨ ਉਹਨਾਂ ਦਾ ਇੱਕ ਢੰਗ ਨਾਲ ਦੇਖੀਏ ਗਲਤੀ ਹੈ, ਕਿਉਂਕਿ ਜਦ ਸ੍ਰਿਸ਼ਟੀ ਬਣੀ ਤਾਂ ਉਦੋਂ ਬਾਅਦ ਹੀ ਇਹ ਵਕਤ ਕਹਿਣ ਲੱਗੇ ਲੋਕੀ, ਵੇਲਾ ਕਹਿਣ ਲੱਗੇ, ਥਿੱਤੀ ਕਹਿਣ ਲੱਗੇ, ਵਾਰ ਬਾਅਦ ਚ ਬਣੇ ਨੇ, ਨਾ ਕਿ ਸ੍ਰਿਸ਼ਟੀ ਦੇ ਬਣਨ ਤੋਂ ਪਹਿਲਾਂ ਵਾਰ ਹੁੰਦੇ ਸੀ। ਜਦ ਸ੍ਰਿਸ਼ਟੀ ਨਹੀਂ ਸੀ ਤਾਂ ਥਿੱਤ ਕਿਹਨੇ ਗਿਣਨੀ ਸੀ? ਜਦ ਚੰਦਰਮਾ ਹੀ ਨਹੀਂ ਸੀ ਫਿਰ ਥਿੱਤ ਕਿੱਥੋਂ ਬਣ ਗਈ? ਚਲੋ ਜੇ ਚੰਦਰਮਾ ਹੁੰਦਿਆਂ ਧਰਤੀ ਵੀ ਸੀ, ਪਾਣੀ ਪਾਣੀ ਸੀ, ਮਨੁੱਖ ਨਹੀਂ ਸੀ ਇੱਥੇ, ਤਾਂ ਕਿਹੜੇ ਮਨੁੱਖ ਨੇ ਉਦੋਂ ਫਿਰ ਇਹ ਪਹਿਲਾਂ ਹੀ ਬਣਾਤੀਆਂ 12 ਥਿੱਤਾਂ? ਇਸ ਕਰਕੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਉਲਝਾਉਣ ਦਾ ਯਤਨ ਕੀਤਾ। ਗੁਰੂ ਨਾਨਕ ਦੇਵ ਜੀ ਨੂੰ ਆਪਾਂ ਐਵੇਂ ਚੱਕਰ 'ਚ ਪਾ ਲਓ, ਮਹਾਰਾਜ ਆਪੇ ਦੱਸਣਗੇ, ਜੇ ਨਹੀਂ ਦੱਸਣਗੇ ਤਾਂ ਫਿਰ ਫੇਲ ਹੋ ਜਾਣਗੇ ਔਰ ਫਿਰ ਅਸੀਂ ਕਹਾਂਗੇ ਕਿ ਸਾਡਾ ਚੇਲਾ ਬਣ। ਇਹ ਤਾਂ ਉਲਝਣ 'ਚ ਪਾਉਣ ਵਾਲੀ ਗੱਲ ਹੈ। ਜਿਵੇਂ ਕਿਸੇ ਨੇ ਕਿਹਾ ਜਹਾਜ਼ ਡਿੱਗ ਪਿਆ, ਕਹਿੰਦੇ ਪਰ ਦੇਖ ਲਓ ਉਹਦੀ ਜਿਹੜੀ ਬੱਤੀ ਸੀ ਉਹ ਕਦੇ ਬੰਦ ਹੁੰਦੀ ਸੀ, ਕਦੇ ਬੁਝਦੀ ਸੀ, ਕਦੇ ਬੰਦ ਹੁੰਦੀ ਸੀ, ਕਦੇ ਬੁਝਦੀ ਸੀ। ਕਹਿੰਦੇ ਇਹ ਕਿਵੇਂ ਬਈ? ਉਹ ਸੋਚਣ ਵਾਲੇ ਸੋਚਦੇ ਰਹੇ 15 ਮਿੰਟ, 20 ਮਿੰਟ, ਅੱਧਾ ਘੰਟਾ। ਕਹਿੰਦੇ ਵੀ ਇਹ ਨਹੀਂ ਸਾਨੂੰ ਸਮਝ ਲੱਗੀ ਬੱਤੀ ਬੰਦ ਹੁੰਦੀ ਬੁਝਦੀ। ਉਹ ਕਹਿੰਦੇ ਜੀ ਹਾਸਲ ਤਾਂ ਗੱਲ ਉਲਝਣ ਵਾਲੀ ਹੈ ਇਹ। ਕਹਿੰਦੇ ਕਿਵੇਂ? ਕਹਿੰਦੇ ਇਹ ਦੇਖੋ ਬੰਦ ਹੁੰਦੀ ਵੀ ਉਹੀ ਅੱਖਰ ਤੇ ਬੁਝਦੀ ਵੀ ਉਹੀ ਅੱਖਰ ਹੈ। ਅਸੀਂ ਤਾਂ ਕਿਹਾ ਹੀ ਨਹੀਂ ਕਿ ਬੰਦ ਹੁੰਦੀ ਤੇ ਜਗਦੀ ਸੀ, ਬੱਤੀ ਤਾਂ ਬੰਦ ਹੀ ਪਈ ਆ। ਅਸੀਂ ਤਾਂ ਕਹਿੰਦੇ ਬੰਦ ਹੁੰਦੀ ਸੀ, ਬੁਝਦੀ ਸੀ, ਬਸ ਇਹ ਕਾਲਾ ਮਾਲਾ ਪਾਤਾ ਵਿੱਚ। ਸਿੱਧਾਂ ਨੇ ਵੇਹੀ ਪ੍ਰਸ਼ਨ ਨੂੰ ਐਸੇ ਢੰਗ ਨਾਲ ਕੀਤਾ ਵਜਾ ਸ੍ਰਿਸ਼ਟੀ ਦੀ ਰਚਨਾ 'ਚ ਮਨੁੱਖ ਹੀ ਨਹੀਂ ਸੀਗਾ ਉਦੋਂ, ਤਾਂ ਉਦੋਂ ਕਿਹੜਾ ਵੇਲਾ, ਵਕਤ, ਥਿੱਤ, ਵਾਰ ਬਣਾਏ ਨਹੀਂ? ਜਦੋਂ ਬਣੇ ਹੀ ਨਹੀਂ ਤੇ ਫਿਰ ਸੀ ਕਿਹੜੇ? ਕਵਣ ਸੇ ਰੁੱਤੀ ਮਾਹੁ ਕਵਣ। ਕਹਿੰਦੇ ਮਹਾਰਾਜ ਉਦੋਂ ਰੁੱਤ ਕਿਹੜੀ ਸੀ ਜੀ? ਬਸੰਤ ਰੁੱਤ, ਗਰੀਖਮ ਰੁੱਤ, ਪਾਵਸ ਰੁੱਤ, ਸਰਦ ਰੁੱਤ, ਹਿਮ ਰੁੱਤ, ਸਿਸਰ ਰੁੱਤ।
ਇਹ 6 ਰੁੱਤਾਂ ਚੋਂ ਕਿਹੜੀ ਰੁੱਤ ਸੀ? ਅਤੇ ਮਾਹ ਕਵਣ ਚੇਤ ਵਿਸਾਖ ਜੇਠ ਹਾੜ ਸਾਉਣ ਭਾਦੋਂ ਅੱਸੂ ਕੱਤਾ ਮੱਘਰ ਪੋਹ ਮਾਘ ਫੱਗਣ, ਇਹਨਾਂ 12 ਮਹੀਨਿਆਂ ਚੋਂ ਕਿਹੜਾ ਮਹੀਨਾ ਸੀ ਉਦੋਂ ਜੋ ਸ੍ਰਿਸ਼ਟੀ ਦੀ ਰਚਨਾ ਹੋਈ ਹੈ? ਜੇਤ ਹੋਆ ਆਕਾਰ, ਆਕਾਰ ਆੜੇ ਨੂੰ ਕੰਨਾ ਲੱਗਿਆ ਹੋਇਆ। ਕਈ ਵਾਰ ਆਪਾਂ ਖਿਆਲ ਨਹੀਂ ਕਰਦੇ, ਪਾਠ ਕਰਦੇ ਹਾਂ। ਉਹ ਜਿਸ ਵੇਲੇ ਇਸ ਸ੍ਰਿਸ਼ਟੀ ਦਾ ਆਕਾਰ ਤੋਂ ਭਾਵ ਪਸਾਰਾ ਹੋਇਆ ਤਾਂ ਮਹਾਰਾਜ ਕਹਿੰਦੇ ਨੇ ਅਬਲ ਤੇ ਇਹ ਚੀਜ਼ਾਂ ਕਹਿੰਦੇ ਹੋਈਆਂ ਹੀ ਨਹੀਂ ਹੈ। ਚਲੋ ਮੰਨ ਲਓ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ, ਹੌਲੀ ਹੌਲੀ ਬੜੇ ਬੜੇ ਪੰਡਿਤ ਹੋਏ, ਪੁਰਾਣ ਲਿਖੇ ਉਹਨਾਂ ਨੇ, ਫਿਰ ਕਾਜੀ ਹੋਏ ਵੱਡੇ ਵੱਡੇ ਸਿਆਣੇ ਜਿਨ੍ਹਾਂ ਨੇ ਬੜੇ ਬੜੇ ਕੁਰਾਨ ਆਦਿਕ ਲਿਖੇ ਨੇ, ਤੁਹਾਡੇ ਵਰਗੇ ਜੋਗੀ ਹੋਏ ਨੇ ਜਿਨ੍ਹਾਂ ਨੇ ਚਿੱਤਾਂ ਵਾਰਾਂ ਬਣਾਈਆਂ, ਰੁੱਤ ਮਹੀਨੇ ਬਣੇ ਸੰਸਾਰ ਤੇ। ਪਰ ਕਹਿੰਦੇ ਨੇ ਵੇਲ ਨਾ ਪਾਈਆ ਪੰਡਤੀ ਜੀ ਹੋਵੇ ਲੇਖ ਪੁਰਾਣ, ਵਿਆਸ ਵਰਗੇ ਵਸ਼ਿਸ਼ਟ ਮੁਨੀ ਆਦਿਕ ਬੜੇ ਬੜੇ ਪੰਡਤਾਂ ਨੇ ਵੀ ਸ੍ਰਿਸ਼ਟੀ ਦੀ ਉਤਪਤੀ ਦਾ ਵੇਲਾ ਨਹੀਂ ਪਾਇਆ। ਹੁਣ ਇੱਕ ਕਹਿਣ ਲੱਗਿਆ ਮੈਂ ਕਹਿੰਦਾ ਕਿ ਵਿਆਸ ਆਦਿਕਾਂ ਨੇ ਉਤਪਤੀ ਦਾ ਵੇਲਾ ਪਾਇਆ। ਮਹਾਰਾਜ ਕਹਿਣਗੇ ਅਸੀਂ ਕਹਿੰਦੇ ਹਾਂ ਨਹੀਂ ਪਾਇਆ, ਕਿਉਂਕਿ ਕਾਰਜ ਦੁਆਰਾ ਕਾਰਨ ਦਾ ਅਨੁਮਾਨ ਹੁੰਦਾ ਹੈ। ਜੇਕਰ ਉਹਨਾਂ ਨੇ ਵੇਲਾ ਪਾਇਆ ਹੁੰਦਾ ਤਾਂ ਪੁਰਾਣਾਂ ਵਿੱਚ ਇਹਦਾ ਲੇਖ ਨਾ ਲਿਖ ਦਿੰਦੇ। ਉਹ 18 ਪੁਰਾਣ ਹੈ, ਵੇਦ ਸ਼ਾਸਤਰ ਹੈ, ਪਰ ਪੁਰਾਣਾਂ ਦੇ ਵਿੱਚ ਲੇਖ ਹੀ ਨਹੀਂ ਲਿਖਿਆ। ਇਸ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਵੇਲਾ ਨਹੀਂ ਪਾਇਆ। ਚਲੋ ਜੇ ਤੁਸੀਂ ਮੈਨੂੰ ਮੰਨਦੇ ਹੋ ਕਿ ਮੈਂ ਤਾਂ ਬਾਲਕ ਹੀ ਹਾਂ, ਹਾਲੇ ਮਹਾਰਾਜ ਤਾਂ ਬਾਲਾ ਹੀ ਕਹਿੰਦੇ ਸੀ ਨਾ ਕਿ ਬਾਲਕ ਹੈ, ਛੋਟਾ ਜਿਹਾ 25-30 ਸਾਲ ਦੀ ਉਮਰ ਹੈ। ਸਾਡੀਆਂ ਉਮਰਾਂ ਵੱਡੀਆਂ। ਜਿਹੜਾ ਬੰਦਾ ਪਹਿਲਾਂ ਹੋਇਆ ਹੁੰਦਾ ਉਹਨੂੰ ਲੋਕ ਵੱਡਾ ਮੰਨਦੇ ਨੇ, ਜਿਹੜਾ ਬਾਅਦ ਵਿੱਚ ਹੋਇਆ ਹੁੰਦਾ ਉਹਨੂੰ ਛੋਟਾ ਮੰਨਦੇ ਨੇ। ਪਰ ਵਾਸਤਵ ਦੇ ਵਿੱਚ ਦੁਨੀਆ ਅੰਦਰ ਸਭ ਤੋਂ ਪਹਿਲਾਂ ਤਾਂ ਫਿਰ ਧਰਤੀ ਹੋਈ, ਪਾਣੀ ਹੋਇਆ, ਫਿਰ ਤਾਂ ਇਹਨਾਂ ਨੂੰ ਵੱਡੇ ਮੰਨੀਏ ਸਿਆਣੇ। ਵਕਤ ਨਾ ਪਾਇਓ ਕਾਦੀਆ, ਕਾਜ਼ੀਆਂ ਤੇ ਮੁਹੰਮਦ ਆਦਿਕ ਪੈਗੰਬਰਾਂ ਨੇ ਵੀ ਜਗਤ ਦੀ ਉਤਪਤੀ ਦਾ ਵਕਤ ਤੋਂ ਭਾਵ ਸਮਾਂ ਨਹੀਂ ਪਾਇਆ। ਜੇ ਸਮਾਂ ਪਾਇਆ ਹੁੰਦਾ, ਜੇ ਲਿਖਣ ਲੇਖ ਕੁਰਾਨ, ਜੇ ਸਮਾਂ ਪਾਇਆ ਹੁੰਦਾ ਤਾਂ ਕੁਰਾਨ ਸ਼ਰੀਫ ਵਿੱਚ ਲੇਖ ਲਿਖੇ ਜਾਂਦੇ, ਪਰੰਤੂ ਕੁਰਾਨ ਸ਼ਰੀਫ ਵਿੱਚੋਂ ਕੋਈ ਲੇਖ ਲਿਖਿਆ ਨਹੀਂ ਮਿਲਦਾ। ਇਸ ਗੱਲ ਬਾਰੇ ਨਿਸ਼ਚੈ ਨਹੀਂ ਹੁੰਦਾ ਕਿ ਜਗਤ ਦੀ ਉਤਪਤੀ ਕਦੋਂ ਹੋਈ ਹੈ। ਸੋ ਇੱਕ ਸਾਖੀ ਵੀ ਐਸੀ ਆਉਂਦੀ ਕਿ ਬੜੇ ਵੱਡੇ ਵੱਡੇ ਸੰਦੂਕ ਲੱਦੇ ਹੋਏ ਊਠ ਤੁਰੇ ਜਾਂਦੇ ਨੇ ਰੇਗਿਸਤਾਨ ਦੇ ਵਿੱਚ। ਮੁਹੰਮਦ ਜੀ ਤੁਰੇ ਜਾਣ, ਖੜ ਗਏ, ਉਹ ਕਤਾਰ ਜੀ ਉਹਨਾਂ ਦੀ ਸ਼ਾਮ ਤੱਕ ਮੁੱਕੀ ਨਾ ਹੋਈ। ਇੰਨੇ ਊਠ ਤੇ ਇੰਨੇ ਸੰਦੂਕ ਲੱਦੇ ਐ, ਇਹ ਕਦੋਂ ਮੁੱਕਣੇ ਆ? ਮੈਂ ਲੰਘਣਾ ਸੀ ਪਰਲੇ ਪਾਸੇ। ਉਹ ਕਹਿੰਦੇ ਇੱਕ ਬੰਦਾ ਆਇਆ ਉੱਥੇ, ਉਹ ਕਹਿੰਦਾ ਮੇਰੀ ਉਮਰ 1000 ਸਾਲ, ਮੈਂ ਇੱਥੇ ਹੀ ਖੜਾ, ਮੈਂ ਨਹੀਂ ਕਦੇ ਮੁੱਕਦੀ ਦੇਖੀ, ਇਹ ਲਾਈਨ ਤਾਂ ਲੱਗੀ ਤੁਰੀ ਜਾਂਦੀ ਹੈ। ਉਹ ਕਹਿੰਦੇ ਵੈਸੇ ਇਹ ਸੰਦੂਕਾਂ 'ਚ ਹੈ ਕੀ? ਕਹਿੰਦੇ ਇਹ ਤਾਂ ਮੈਂ ਵੀ ਨਹੀਂ ਦੇਖਿਆ। ਕਹਿੰਦੇ ਉਸ ਵਕਤ ਖੁਦਾ ਨੇ ਐਸਾ ਕੌਤਕ ਕੀਤਾ, ਮੁਹੰਮਦ ਜੀ ਉਸ ਸੰਦੂਕਾਂ ਵਾਲੇ ਊਠ ਦੇ ਉੱਤੇ ਚੜ੍ਹ ਕੇ ਉੱਪਰ ਤੁਰੇ ਜਾਂਦੇ ਤੇ ਸੰਦੂਕ ਖੋਲਿਆ, ਉਹ 'ਚ 4 ਵੱਡੇ ਵੱਡੇ ਆਂਡੇ, ਇੱਕ ਤੋੜਿਆ, ਉਹਦੇ ਵਿੱਚੋਂ 7 ਆਕਾਸ਼ ਤੇ 7 ਪਤਾਲ ਦਿਖੀ ਜਾਣ, ਉਤਰ ਆਏ ਥੱਲੇ। ਕਹਿੰਦੇ ਯਾ ਖੁਦਾ ਤੇਰਾ ਕੋਈ ਅੰਤ ਨਹੀਂ। ਇਸ ਕਰਕੇ ਕਹਿੰਦੇ ਨੇ ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ। ਸੋ ਅੱਜ ਕੱਲ੍ਹ ਦੇ ਪੰਡਤਾਂ ਨੇ ਵੀ ਵੇਲਾ ਨਹੀਂ ਪਾਇਆ, ਕਿਉਂਕਿ ਜੇ ਪੁਰਾਣਾਂ ਵਿੱਚ ਲੇਖ ਲਿਖਿਆ ਹੁੰਦਾ ਉਹਨੂੰ ਪੜ੍ਹ ਕੇ ਵੀ ਉਹ ਦੱਸਦੇ। ਤੇ ਜੇ ਪੰਡਤ ਤਾਂ ਚਲੋ ਵਿਚਾਰੇ ਦਿਮਾਗ ਇੰਨੇ, ਹੁਣ ਤਾਂ ਕੰਪਿਊਟਰ ਨਾਲ ਟਾਈਮ ਕੱਢ ਲੈਣ ਤਾਂ ਇਹ ਵੀ ਨਹੀਂ ਕੱਢ ਸਕਦੇ, ਦੱਸ ਹੀ ਨਹੀਂ ਸਕਦਾ ਕੋਈ। ਕਹਿੰਦੇ ਸ੍ਰਿਸ਼ਟੀ ਦੀ ਰਚਨਾ ਹੋਈ ਕਦੋਂ ਆ? ਫਿਰ ਕਹਿੰਦੇ ਤੁਸੀਂ ਦੱਸੋ। ਕਹਿੰਦੇ ਬੜੇ ਬੜੇ ਜੋਗੀ ਬੈਠੇ ਬਣੇ, 1000 ਸਾਲ ਉਮਰ ਤੁਹਾਡੀ, ਥਿਤ ਵਾਰ ਨਾ ਜੋਗੀ ਜਾਣੈ। ਜਿਸ ਥਿਤ ਅਤੇ ਵਾਰ ਨੂੰ ਪਰਮੇਸ਼ਰ ਨੇ ਸ੍ਰਿਸ਼ਟੀ ਬਣਾਈ ਹੈ, ਉਹ ਥਿਤ ਵਾਰ ਨੂੰ ਗੋਰਖ ਤੁਹਾਡਾ ਜਾਣਦਾ। ਗੋਰਖ ਜੀ ਤੁਸੀਂ ਜਾਣਦੇ? ਮਹਾਰਾਜ ਕਹਿੰਦੇ ਗੋਰਖ ਆਦਿ ਜੋਗੀ, ਜੋਗੀ ਤੋਂ ਭਾਵ ਜੋਤਸ਼ੀ ਵੀ ਜਾਣਦੇ ਨਹੀਂ ਹੈ। ਰੁੱਤ ਮਾਹੁ ਨਾ ਕੋਈ, ਅਤੇ ਜਿਸ ਰੁੱਤ ਅਤੇ ਮਹੀਨੇ ਵਿੱਚ ਜਗਤ ਦੀ ਉਤਪਤੀ ਹੋਈ ਹੈ ਉਹ ਵੀ ਨਹੀਂ ਕੋਈ ਜਾਣਦਾ। ਕਿਉਂਕਿ ਜਿਹੜਾ ਅਲੱਗ-ਅਲੱਗ ਬੋਲੀਆਂ ਨੇ, ਵੇਲ ਨਾ ਪਾਈਆ ਪੰਡਤੀ, ਵੇਲਾ ਸੰਸਕ੍ਰਿਤ ਬੋਲੀ 'ਚ, ਵਕਤ ਅਰਬੀ ਬੋਲੀ 'ਚ, ਸੰਸਕ੍ਰਿਤ 'ਚ ਵੇਲਾ ਕਹਿੰਦੇ ਆ, ਅਰਥ ਦੋਵਾਂ ਦਾ ਸਮਾਂ ਹੀ ਹੈ। ਸੋ ਇਸ ਕਰਕੇ ਕਹਿੰਦੇ ਨੇ ਜੇ ਵੇਲਾ ਵਕਤ ਵਿਚਾਰਿਆ ਤਾਂ ਕਿਤ ਵੇਲਾ ਭਗਤ ਹੋਏ, ਵੇਲਾ ਵਕਤ ਸਭ ਸੁਹਾਇਆ, ਜਿਤ ਸੱਚਾ ਮੇਰੇ ਮਨ ਭਾਇਆ। ਇਹ ਗੁਰਬਾਣੀ ਅੰਦਰ ਕਿਤੇ ਕਿਤੇ ਬਹੁਤ ਮਹਾਰਾਜ ਨੇ ਉਚਾਰਨ ਕੀਤੇ ਨੇ ਅੱਖਰ। ਹੁਣ ਰੁੱਤ ਅਤੇ ਮਹੀਨੇ ਨੂੰ ਕੋਈ ਜਾਣ ਨਹੀਂ ਸਕਿਆ ਕਿ ਕਿਹੜੀ ਰੁੱਤ ਵਿੱਚ ਸੀ, ਕਿਹੜਾ। ਰੁੱਤਾਂ ਵੀ ਬਦਲਦੀਆਂ ਰਹਿੰਦੀਆਂ ਔਰ ਰੁੱਤ ਕਿਤੇ ਸਦਾ ਇੱਕ ਰਹਿੰਦੀ।
ਅੱਜ ਤੋਂ ਇਸ ਸੰਸਾਰ ਦੇ ਅੰਦਰ ਕੋਈ 10,000 ਸਾਲ ਪਹਿਲਾਂ ਇੱਥੇ ਰੁੱਤ ਹੋਰ ਸੀ। ਬਹੁਤ ਹੀ ਜ਼ਿਆਦਾ ਕੀ ਦੂਰ ਜਾਣਾ। 2003 ਦੇ ਵਿੱਚ 4 ਤੱਕ ਟੋਰਾਂਟੋ 'ਚ ਇੰਨੀ ਬਰਫ਼, ਤੇ 5 ਵਿੱਚ ਬਰਫ਼ ਹੀ ਨਹੀਂ ਪਈ ਨਹੀਂ। ਇਸ ਕਰਕੇ ਸੰਸਾਰ ਦੇ ਅੰਦਰ ਰੁੱਤਾਂ ਦੀ, ਮੌਸਮਾਂ ਦੀ ਤਬਦੀਲੀ 500 ਸਾਲ ਬਾਅਦ, ਕਿਤੇ 200 ਸਾਲ ਬਾਅਦ ਪੋਲੂਸ਼ਨ ਜ਼ਿਆਦਾ ਵੱਧ ਗਿਆ। ਹਿੰਦੁਸਤਾਨ 'ਚ ਪਹਿਲਾਂ ਕਿੰਨੀ ਸਰਦੀ ਪੈਂਦੀ ਸੀ। ਅਕਤੂਬਰ 2 ਨੂੰ 3 ਨੂੰ ਬਰਫ਼ ਪੈ ਜਾਂਦੀ ਸੀ ਹੇਮਕੁੰਟ ਸਾਹਿਬ, ਤੇ ਬਹੁਤ ਠੰਡ ਹੋ ਜਾਂਦੀ ਸੀ। ਕਾਂਬਾ ਲੱਗਦਾ ਸੀ ਨਵੰਬਰ ਦੇ ਮਹੀਨੇ 'ਚ। ਹੁਣ ਦਸੰਬਰ ਦੇ ਮਹੀਨੇ ਵਿੱਚ ਵੀ ਕਾਂਬਾ ਨਹੀਂ ਲੱਗਦਾ ਉੱਥੇ। ਬਸ ਕੀ ਕਹਿਣਾ, ਮੀਂਹ ਪੈ ਗਿਆ ਹੁਣ ਮਾੜਾ ਜਿਹਾ, ਫਿਰ ਉਹਦੇ ਨਾਲ ਠੰਡ ਹੋ ਗਈ। ਰੁੱਤਾਂ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ। ਦੁਨੀਆ ਦੇ ਉੱਤੇ ਗਰਮੀ ਵਧਣੀ ਸ਼ੁਰੂ ਹੋ ਗਈ ਹੈ। ਸਾਇੰਸਦਾਨ ਕਹਿੰਦੇ ਨੇ ਜੇ ਇਸੇ ਹਾਲ 'ਚ ਗਰਮੀ ਰਹੀ, ਸਾਰੇ ਗਲੇਸ਼ੀਅਰ ਪਿਘਲ ਜਾਣਗੇ ਤੇ ਇੱਕ ਦਿਨ ਦੁਨੀਆ ਦੇ ਵਿੱਚ ਸਿਰਫ ਪਾਣੀ ਹੀ ਦਿਖੇਗਾ। ਸ੍ਰਿਸ਼ਟੀ ਮੁੱਕ ਜਾਣੀ ਹੈ ਇਸ ਤਰ੍ਹਾਂ।